ਕਿ ਜਿਹੜੀ ਅਤਿਥੀ ਦੇਵ ਭਵਾ ਸਾਡੇ ਦੇਸ਼ ਦੀ ਵੀ ਇੱਕ ਬਹੁਤ ਵੱਡੀ ਕਹੀਓ ਗੱਲ ਹੈ। ਤੇ ਵੀ ਮਤਲਬ ਵੀ ਮੈਂ ਆਪਣੇ ਆਪ ਨੂੰ ਚੰਗੀ ਤਰ੍ਹਾਂ ਉਹਦੇ ਵਿੱਚ ਭੇਜਿਆ ਪਾਇਆ ਜੀ, ਤੇ ਲੋਕਾਂ ਦੀ ਸੇਵਾ ਕਰਨੀ, ਲੋਕਾਂ ਦੇ ਨਾਲ ਰਹਿਣਾ, ਇਹੀ ਮੇਰਾ ਇੱਕ ਪੈਸ਼ਨ ਬਣ ਗਿਆ। ਤੇ ਮੈਂ ਚੂਜ਼ ਕੀਤਾ ਸੀਗਾ ਬਿੰਤਾਨੇ, ਹੈਗਾ ਆਈਲੈਂਡ ਹੈ ਜੀ ਸਿੰਗਾਪੁਰ ਦੇ ਨਾਲ ਜੀ। ਉੱਥੋਂ ਦੀ ਫਿਰ ਪ੍ਰਿੰਸ ਆਫ ਮਸਕਟ ਦਾ ਇੱਕ 5 ਸਟਾਰ ਰਿਜ਼ੋਰਟ ਹੈ ਜਿੱਥੋਂ ਮੈਨੂੰ ਕਾਫੀ ਐਗਜ਼ੈਕਟਿਵ ਟ੍ਰੇਨਿੰਗ ਮਿਲੀ। ਤੇ ਉੱਥੇ ਹੀ ਆਈਲੈਂਡ 'ਤੇ ਜਦੋਂ ਮੈਂ ਆਪਣੇ ਲਾਈਫ ਪਾਰਟਨਰ ਨੂੰ ਵੀ ਮਿਲਿਆ ਤੇ ਅਸੀਂ ਦੋਨੋਂ ਯੋਗਾ ਕਰਨ ਇੰਡੀਆ ਚਲੇ ਗਏ, ਰਿਸ਼ੀਕੇਸ਼। ਤੇ ਸ਼ੁਰੂਆਤ ਦੇ ਵਿੱਚ ਮੈਂ ਇੱਥੇ ਪਹਿਲੇ 2 ਸਾਲ ਕਈ ਜਗ੍ਹਾਵਾਂ 'ਤੇ ਕੰਮ ਕੀਤਾ, ਕਈ ਤਰ੍ਹਾਂ ਦੇ ਖੱਟੇ ਮਿੱਠੇ ਐਕਸਪੀਰੀਅੰਸ ਮਿਲੇ। ਤੇ ਇਹੀ ਰਿਹਾ ਵੀ ਲਾਈਫ ਦੇ ਵਿੱਚ ਜਦੋਂ ਵੀ ਕਦੀ ਆਪ ਮਿਸਟੇਕ ਕੀਤੀ ਜਾਂ ਕਿਸੇ ਦੀ ਹੁੰਦੀ ਦੇਖੀ, ਉਹ ਰਿਪੀਟ ਨਹੀਂ ਹੋਣ ਦਿੱਤੀ। ਪਹਿਲਾਂ ਮੈਂ ਯੋਗਾ ਦੀ ਜੌਬ ਕੀਤੀ ਹੈ, ਉਸ ਤੋਂ ਬਾਅਦ ਇੱਥੇ ਇੱਕ ਰੈਸਟੋਰੈਂਟ ਸੀਗਾ, ਉਹਦੇ ਵਿੱਚ ਮੈਂ ਤੰਦੂਰ 'ਤੇ ਕੰਮ ਕਰਦਾ ਹੁੰਦਾ ਸੀ। ਇੱਥੇ ਜਿਹੜੇ ਲੈਵਲ ਤੋਂ ਇੱਕ ਰੈਸਟੋਰੈਂਟ ਹੁੰਦਾ ਹੈ ਜਾਂ ਕੋਈ ਵੀ ਐਂਟਰਪ੍ਰੈਨਿਓਰ ਆ, ਉਹਦੇ 'ਚ ਟ੍ਰੇਨਿੰਗ ਦੀ ਬੜੀ ਕਮੀ ਹੁੰਦੀ ਆ, ਕਿਉਂਕਿ ਪੈਂਦੀ ਸੱਟੇ ਜਿਹੜਾ ਤੁਹਾਡੇ ਕੋਲ ਕੰਮ ਕਰਨ ਆ ਰਿਹਾ ਉਹਨੇ ਆਉਂਦਿਆਂ ਨੇ ਇੱਕੋ ਗੱਲ ਕਹਿਣੀ ਹੈ ਜੀ ਕਿ ਮੈਨੂੰ ਕਿੰਨੇ ਘੰਟੇ ਦੇ ਮਿਲਣੇ ਆ। ਇੱਥੇ ਹੀ ਰੁਕਾਵਟ ਆ, ਇਸ ਤੋਂ ਗਾਂ ਕਦੀ ਕੋਈ ਰੁਕਾਵਟ ਨਾ ਤਾਂ ਆਈ ਹੈ ਤੇ ਨਾ ਤਾਂ ਕਦੀ ਆਉਣਾ। ਮੈਂ ਇੱਦਾਂ ਦੇ ਵੀ ਇੱਥੇ ਢਾਬੇ ਪਾਉਣ ਵਾਲੇ ਮੇਰੇ ਵੀਰ ਦੇਖੇ ਆ ਜਿਹੜੇ ਸ਼ਾਮ ਨੂੰ ਕਿਸੇ ਨਾਲ 2 ਪੈਗ ਲਾਉਂਦੇ ਹੋਣੇ ਤੇ ਨਾਲ ਦੇ ਨੇ ਮੋਢਾ ਮਾਰਤਾ, ਯਾਰ ਤੂੰ ਤਾਂ ਮੀਟ ਦੇ ਵੱਟ ਕੱਢ ਤੇ ਤੇਰਾ ਢਾਬਾ ਹੋਣਾ ਚਾਹੀਦਾ। ਸਤਿ ਸ਼੍ਰੀ ਅਕਾਲ, ਮੈਂ ਹਾਂ ਹਰਿੰਦਰ ਭੁੱਲਰ। ਬਾਬਾ ਨਜ਼ਮੀ ਦਾ ਇੱਕ ਦੁਨੀਆ 'ਚ ਪ੍ਰਸਿੱਧ ਸ਼ੇਰ ਹੈ ਕਿ ਬੇਹਿੰਮਤੇ ਨੇ ਜੋ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ 'ਤੇ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਮੰਜ਼ਿਲ ਦੇ ਮੱਥੇ 'ਤੇ ਤਖਤੀ ਲੱਗਦੀ ਉਹਨਾਂ ਦੀ, ਘਰੋਂ ਜੋ ਬਣਾ ਕੇ ਤੁਰਦੇ ਨਕਸ਼ਾ ਆਪਣੇ ਸਫ਼ਰਾਂ ਦਾ। ਸੋ ਉਹ ਲੋਕ ਜਿਹੜੇ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਚਾਹੁੰਦੇ ਨੇ, ਜਿਨ੍ਹਾਂ ਤੋਂ ਪ੍ਰੇਰਨਾ ਲੈ ਕੇ ਗਾਂ ਉਹ ਲੋਕ ਜਿਨ੍ਹਾਂ ਨੇ ਕਾਮਯਾਬ ਹੋਣਾ ਹੁੰਦਾ ਜ਼ਿੰਦਗੀ ਦੇ ਵਿੱਚ, ਉਹਨਾਂ ਲਈ ਇਹ ਸ਼ੇਰ ਬਹੁਤ ਹੀ ਮਾਇਨੇ ਰੱਖਦਾ। ਤੋ ਇਸ ਤਰ੍ਹਾਂ ਦੀ ਇੱਕ ਸ਼ਖਸੀਅਤ ਮੇਰੇ ਸ਼ਹਿਰ, ਮੇਰੇ ਜੱਦੀ ਸ਼ਹਿਰ ਫਿਰੋਜ਼ਪੁਰ ਤੋਂ, ਅਤੇ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਮੈਂ ਕੁਝ ਸਾਲ ਇਹਨੂੰ ਪੜ੍ਹਾਉਣ ਦਾ ਜਿਹੜਾ ਮਾਣ ਵੀ ਹਾਸਲ ਕੀਤਾ। ਸੋ ਮੇਰਾ ਬਹੁਤ ਪਿਆਰਾ ਵਿਦਿਆਰਥੀ, ਸਾਡਾ ਛੋਟਾ ਭਰਾ ਦੀਪਕ ਸਿੰਘ ਕਲਸੀ ਅੱਜ ਮੇਰੇ ਨਾਲ ਹੈ। ਮੈਂ ਆਇਆ ਸੀ ਕੈਲਗਰੀ, ਅਲਬਰਟਾ ਦੇ ਵਿੱਚ। ਅਤੇ ਕੈਲਗਰੀ ਦੇ ਵਿੱਚ ਆ ਕੇ ਕਾਫੀ ਸਟਰਗਲ ਕਰਕੇ ਤੋ ਅੱਜ ਇਹਨੇ ਫੂਡ ਇੰਡਸਟਰੀ ਦੇ ਵਿੱਚ ਇੱਕ ਬੜਾ ਵਧੀਆ ਨਾਮ ਤੇ ਨਾਮਣਾ ਖੱਟਿਆ, ਦੀਪਕ ਢਾਬਾ ਦੇ ਨਾਂ 'ਤੇ। ਤਾਂ ਆਪਾਂ ਇਹਦੀ ਜਰਨੀ ਦੀਪਕ ਤੋਂ ਪੁੱਛਾਂਗੇ ਅਤੇ ਨਾਲ ਦੀ ਨਾਲ ਇੰਸਪੀਰੇਸ਼ਨ ਵੀ ਉਹਨਾਂ ਨੌਜਵਾਨਾਂ ਨੂੰ ਮਿਲੇਗੀ ਜਿਹੜੇ ਵਿਦੇਸ਼ ਦੀ ਧਰਤੀ 'ਤੇ ਆ ਕੇ ਕਾਮਯਾਬ ਹੋਣਾ ਚਾਹੁੰਦੇ ਨੇ ਜਾਂ ਆਪਣੇ ਦੇਸ਼ ਦੇ ਵਿੱਚ ਰਹਿ ਕੇ ਹੱਥੀਂ ਕੰਮ ਕਰਕੇ ਆਪਣੇ ਭਵਿੱਖ ਨੂੰ ਸਵਾਰਨਾ ਚਾਹੁੰਦੇ ਨੇ। ਦੀਪਕ, ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਅਤੇ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਬੜੀ ਹੀ ਜ਼ਿਆਦਾ ਮਾਣ ਵਾਲੀ ਗੱਲ ਹੈ ਸਰ। ਦੇਖ ਲਓ, ਅੱਜ ਤੋਂ 25 ਸਾਲ ਪੁਰਾਣਾ ਮੈਨੂੰ ਦ੍ਰਿਸ਼ ਵੀ ਉਹ ਯਾਦ ਆਉਂਦਾ ਜਦੋਂ ਤੁਸੀਂ 6ਵੀਂ ਤੋਂ ਮੈਨੂੰ ਪੜ੍ਹਾਉਣਾ ਸ਼ੁਰੂ ਕੀਤਾ ਸੀ। ਉਸ ਤੋਂ ਬਾਅਦ 10ਵੀਂ ਤੱਕ ਤੁਹਾਡੇ ਕੋਲ ਪੜ੍ਹਿਆ, ਫਿਰ ਅਸੀਂ ਗੌਰਮੈਂਟ ਸਕੂਲ ਚੱਲ ਗਏ ਸੀਗੇ। ਬਾਅਦ 'ਚ ਜਰਨੀ ਚੱਲਦੀ ਗਈ, ਕਦੀ ਕਿੱਥੇ ਤੇ ਕਦੀ ਕਿੱਥੇ, ਤੇ ਹੁਣ ਦੇਖ ਲਓ ਅਸੀਂ ਕਿੱਥੇ ਮਿਲ ਰਹੇ ਹਾਂ ਜੀ। ਜੀ, ਮੈਨੂੰ ਬੜੀ ਖੁਸ਼ੀ ਹੈ। ਸਕੂਲ ਟਾਈਮ ਤੋਂ ਬਾਅਦ ਫਿਰ ਥੋੜ੍ਹਾ ਜਿਹਾ ਗੈਪ ਪਿਆ ਅਤੇ ਫਿਰ ਉਦੋਂ ਬਾਅਦ ਮੈਨੂੰ ਪਤਾ ਲੱਗਿਆ ਵੀ ਦੀਪਕ ਅਬਰੋਡ ਚਲਾ ਗਿਆ। ਉਹ ਪਹਿਲਾ ਕਿਹੜਾ ਮੁਲਕ ਸੀ ਅਤੇ ਕਿੱਥੋਂ ਸ਼ੁਰੂਆਤ ਕੀਤੀ? ਕਿਉਂਕਿ ਫੂਡ ਇੰਡਸਟਰੀ ਤੋਂ ਪਹਿਲਾਂ ਮੈਨੂੰ ਪਤਾ, ਜਿੱਥੋਂ ਤੱਕ ਮੈਨੂੰ ਥੋੜ੍ਹਾ ਜਿਹਾ ਪਤਾ, ਕਿ ਤੁਸੀਂ ਹੈਲਥ ਨਾਲ ਰਿਲੇਟਡ ਯਾਨੀ ਯੋਗਾ ਦੇ ਵਿੱਚ ਵੀ ਉੱਧਰਲੇ ਪਾਸੇ ਉਸ ਖੇਤਰ 'ਚ ਵੀ ਗਏ। ਇਹਦੀ ਸ਼ੁਰੂਆਤ ਕਿੱਥੋਂ ਹੋਈ ਜੀ? ਫੂਡ ਦੀ ਜੇ ਸਹੀ ਮਾਇਨਿਆਂ 'ਚ ਪੁੱਛੋ ਤਾਂ ਮੈਂ ਪੜ੍ਹਾਈ ਵਾਸਤੇ ਤਾਂ ਜਦੋਂ ਟੱਬਰ ਵੱਲੋਂ ਵੀ ਜਿਹੜੀ ਸੀਗੀ ਮੈਨੂੰ ਇੱਕ ਸੋਚ ਦਿੱਤੀ ਉਹ ਕਿ ਮੈਂ ਇੰਜੀਨੀਅਰ ਬਣਾ, ਅਤੇ ਮੈਂ ਮੇਰਚੰਦ ਤੋਂ ਆਪਦੇ ਇੰਜੀਨੀਅਰ ਦੀ ਇਲੈਕਟ੍ਰੀਕਲ ਦੀ ਸਿੱਖਿਆ ਉਹ ਤਾਂ ਹਾਸਲ ਕੀਤੀ ਜੀ। ਲੇਕਿਨ ਉਸ ਤੋਂ ਬਾਅਦ ਜਦੋਂ ਮੈਂ ਫੀਲਡ ਦੇ ਵਿੱਚ ਗਿਆ ਅਤੇ ਯਕੀਨ ਜਾਣਿਓ ਜਿਸ ਤਰ੍ਹਾਂ ਦੀਆਂ ਜੋਬਸ ਇੱਕ ਇੰਜੀਨੀਅਰਸ ਵਾਸਤੇ ਸੀਗੀਆਂ ਅਤੇ ਜੋ ਉਹ ਕੀਤਾ ਸੀ, ਮੈਂ ਉਸ ਤੋਂ ਆਪਣੇ ਆਪ ਨੂੰ ਥੋੜ੍ਹਾ ਵੱਖਰਾ ਪਾਇਆ। ਉਹਦਾ ਕਾਰਨ ਇਹੀ ਸੀਗਾ ਕਿ ਵੀ ਕਹਿ ਲਓ ਵੀ ਮੇਰੇ ਅੰਦਰ ਕੁਛ ਹੋਰ ਸੀ, ਬਾਹਰ ਕੁਛ ਹੋਰ ਚੱਲ ਰਿਹਾ ਸੀ। ਅਤੇ ਜਦੋਂ ਲੋਕਾਂ ਨੂੰ ਮਿਲਿਆ ਅਤੇ ਵਾਟ ਆਈ ਫਾਊਂਡ ਕਿ ਆਈ ਵਾਜ਼ ਅ ਪੀਪਲ ਪਰਸਨ, ਵੀ ਮੈਨੂੰ ਲੋਕਾਂ ਨੂੰ ਮਿਲਣਾ, ਉਹਨਾਂ ਨਾਲ ਗੱਲਬਾਤ ਕਰਨੀ, ਸੇਵਾ ਕਰਨੀ, ਵੀ ਇੱਦਾਂ ਦੀ ਇੱਕ ਜਿਹੜਾ ਕਿ ਜਜ਼ਬਾ ਸੀ। ਅਤੇ ਗੱਲ ਇੱਦਾਂ ਘਰੋਂ ਠੀਕ ਹੋਣ ਕਰਕੇ ਪਿਤਾ ਜੀ ਨੇ ਮੇਰੀ ਦੂਜੀ ਵਾਰੀ ਵੀ ਐਜੂਕੇਸ਼ਨ ਨੂੰ ਸਪੋਰਟ ਕੀਤਾ। ਅਤੇ ਫਿਰ ਉਸ ਤੋਂ ਬਾਅਦ ਇੰਡੀਆ ਤੋਂ ਹੀ ਮੈਂ ਪਹਿਲਾਂ ਕੈਬਨ ਕਰੂ ਅਤੇ ਏਵੀਏਸ਼ਨ ਦੀ ਪੜ੍ਹਾਈ ਕੀਤੀ ਸਾਲ ਦੀ। ਉਹਨਾਂ ਨੇ ਮੇਰੀ ਫਿਰ ਟ੍ਰੇਨਿੰਗ ਲਗਾਈ ਹੋਟਲ ਦੇ ਵਿੱਚ, ਅਤੇ ਉੱਥੋਂ ਮੇਰਾ ਜਿਹੜਾ ਹੋਰ ਵੀ ਲਗਾਵ ਬਹੁਤ ਹੌਸਪਿਟੈਲਿਟੀ ਵੱਲ ਵਧਿਆ। ਅਤੇ ਬੜਾ ਆਈ ਵਾਜ਼ ਫੋਰਚੂਨੇਟ ਕਿ ਜੋ ਆਪਾਂ ਸ਼ਿਮਲੇ ਜਾਈਏ ਰਾਹ 'ਚ ਇੱਕ ਹੋਟਲ ਆਉਂਦਾ ਟਿੰਬਰ ਟ੍ਰੇਲ, 5000 ਆਲਟੀਟਿਊਡ 'ਤੇ ਬਣਿਆ, ਗੰਡੋਲੇ ਦੇ ਨਾਲ ਉੱਪਰ ਜਾਈਦਾ। ਉੱਥੇ ਜਿਹੜੀ ਟੀਮ ਸੀਗੀ ਉਹ ਸੀ ਓਬਰੋਇਜ਼ ਤੋਂ, ਔਰ ਜਿਹੜੀ ਓਬਰੋਇਜ਼ ਦੀ ਟੀਮ ਹੈ ਉਹਨਾਂ ਦਾ ਸ਼ੁਰੂ ਤੋਂ ਹੀ ਇੱਕ ਗੱਲ ਰਹੀ ਹੈ ਕਿ ਉਹ ਖਵਾਣਾ ਨਹੀਂ, ਖਾਣਾ ਪਕਾਣਾ ਨਹੀਂ, ਖਾਣਾ ਖਵਾਉਣਾ ਦੀ ਸਿੱਖਿਆ ਦਿੰਦੇ ਆ ਜੀ। ਅਤੇ ਜਦੋਂ ਉਹਨਾਂ ਨੂੰ ਦੇਖਿਆ, ਇਟਸ ਗਲੋਰੀਫਾਈਡ ਇਟਸੈਲਫ ਦ ਹੋਲ ਕਨਸੈਪਟ ਆਫ ਹੌਸਪਿਟੈਲਿਟੀ, ਕਿ ਜਿਹੜੀ ਅਤਿਥੀ ਦੇਵ ਭਵਾ ਸਾਡੇ ਦੇਸ਼ ਦੀ ਵੀ ਇੱਕ ਬਹੁਤ ਵੱਡੀ ਕਹੀਓ ਗੱਲ ਹੈ। ਅਤੇ ਵੀ ਮਤਲਬ ਵੀ ਮੈਂ ਆਪਣੇ ਆਪ ਨੂੰ ਚੰਗੀ ਤਰ੍ਹਾਂ ਉਹਦੇ ਵਿੱਚ ਭੇਜਿਆ ਪਾਇਆ ਜੀ। ਅਤੇ ਲੋਕਾਂ ਦੀ ਸੇਵਾ ਕਰਨੀ, ਲੋਕਾਂ ਦੇ ਨਾਲ ਰਹਿਣਾ, ਇਹੀ ਮੇਰਾ ਇੱਕ ਪੈਸ਼ਨ ਬਣ ਗਿਆ।
ਤੇ ਉਸ ਤੋਂ ਬਾਅਦ ਮੈਂ ਸਾਨੂੰ ਇੱਕ ਹੋਰ ਕਾਲਜ ਦੀ ਆਫਰ ਆਈ ਕਿ ਹੋਟਲ ਮੈਨੇਜਮੈਂਟ ਦੀ, ਜਿਹੜਾ ਬੀਟੈਕ ਲੰਡਨ ਤੋਂ ਡਿਸਟੈਂਸ ਐਜੂਕੇਸ਼ਨ ਤੇ ਸੀਗਾ, ਤੇ ਮੈਂ ਚੂਜ਼ ਕੀਤਾ ਸੀਗਾ ਬਿੰਤਾਨੇ, ਹੈਗਾ ਆਈਲੈਂਡ ਹੈ ਜੀ ਸਿੰਗਾਪੁਰ ਦੇ ਨਾਲ ਜੀ। ਉੱਥੋਂ ਦੀ ਫਿਰ ਪ੍ਰਿੰਸ ਆਫ ਮਸਕਟ ਦਾ ਇੱਕ 5 ਸਟਾਰ ਰਿਜ਼ੋਰਟ ਹੈ, ਜਿੱਥੋਂ ਮੈਨੂੰ ਕਾਫੀ ਐਗਜ਼ੀਕਿਊਟਿਵ ਟ੍ਰੇਨਿੰਗ ਮਿਲੀ। ਉਸ ਤੋਂ ਬਾਅਦ ਮੈਂ ਗਿਆ ਜੀ ਉੱਥੇ ਤੇ ਪੜ੍ਹਾਈ ਵੀ ਮੁਕੰਮਲ ਕੀਤੀ, ਤੇ ਉੱਥੇ ਹੀ ਜਦੋਂ ਮੈਂ ਸੀਗਾ ਤੇ ਕਾਫੀ ਹੋਟਲ 'ਚ ਕੰਮ ਪਹਿਲਾਂ ਮੇਰਾ ਕੀਤਾ ਸੀ, ਤੇ ਮੈਨੂੰ ਨਾ ਤਰੱਕੀ ਕਾਫੀ ਮਿਲਦੀ ਰਹੀ ਪਿਛਲੇ ਇੰਡੀਆ ਦੇ ਐਕਸਪੀਰੀਅੰਸ ਦੀ, ਜਿਹੜੀ ਮੈਂ ਅਬਰੋਇਜ਼ ਦੇ ਬੰਦਿਆਂ ਤੋਂ ਸਿੱਖੀ ਸੀ, ਟਿੰਬਰ ਟ੍ਰੇਲ 'ਚ ਸਿੱਖੀ ਸੀਗੀ, ਤੇ ਉਹਦੇ ਕਰਕੇ ਤੇ ਡੈਜ਼ਿਗਨੇਸ਼ਨ ਅੱਛਾ ਹੋਣ ਕਰਕੇ ਮੇਰਾ ਵੀ ਹੋਰ ਅਗਾਂਹ ਦੀ ਗਾਂਹ ਦਿਲਚਸਪੀ ਵੱਧਦੀ ਗਈ। ਤੇ ਉੱਥੇ ਹੀ ਆਈਲੈਂਡ 'ਤੇ ਜਦੋਂ ਮੈਂ ਆਪਣੇ ਲਾਈਫ ਪਾਰਟਨਰ ਨੂੰ ਵੀ ਮਿਲਿਆ, ਤੇ ਉਹ ਸੀਗੇ ਕੈਨੇਡਾ ਤੋਂ। ਪਹਿਲਾਂ ਯਕੀਨ ਜਾਣਿਓ ਵੀ ਮੈਂ ਆਪਣੇ ਆਪ ਨੂੰ ਇੱਕ ਬ੍ਰੇਕ ਦੇਣਾ ਚਾਹੁੰਦਾ ਸੀ। 7-8 ਸਾਲ ਹੋ ਗਏ ਸੀ ਹੌਸਪਿਟੈਲਿਟੀ ਇੰਡਸਟਰੀ 'ਚ, ਤੇ ਅਸੀਂ ਦੋਨੋਂ ਯੋਗਾ ਕਰਨ ਇੰਡੀਆ ਚਲੇ ਗਏ, ਰਿਸ਼ੀਕੇਸ਼। ਹਾਂਜੀ, ਉੱਥੇ ਸਾਡਾ ਕੋਈ ਪਲਾਨ ਨਹੀਂ ਸੀਗਾ ਕੈਨੇਡਾ ਦਾ। ਮੈਨੂੰ ਇੱਕ ਫਰਾਂਸ ਦਾ ਕਲੱਬ ਸੀਗਾ, ਫਰੈਂਚ ਕਲੱਬ ਮੈਡ, ਉਹਨਾਂ ਨੇ ਮੈਨੂੰ ਜੌਬ ਦਿੱਤੀ ਸੀਗੀ, ਤੇ ਫਿਰ ਮੈਂ ਜਿਹੜਾ ਉਹ ਕਲੱਬ ਨੂੰ ਜੁਆਇਨ ਕਰਨ ਵਾਸਤੇ ਆਸਟ੍ਰੇਲੀਆ ਜਾ ਸਕਦਾ ਸੀ, ਲੇਕਿਨ ਮੈਂ ਕਿਹਾ ਵੀ ਹੁਣ ਕੈਨੇਡਾ ਦਾ ਰੁਖ ਕਰਦੇ ਹਾਂ, ਤੇ ਫਿਰ ਇਸ ਤਰ੍ਹਾਂ ਉਦੋਂ ਮੁੜ ਕੇ ਬਾਅਦ 'ਚ ਜਿੱਦਾਂ ਸਾਡਾ ਫੈਸਲਾ ਕੈਨੇਡਾ ਦਾ ਬਣਿਆ ਆਉਣ ਦਾ। ਹਾਂਜੀ, ਇਹ ਸੀ ਕੈਨੇਡਾ ਆਉਣ ਦਾ ਸਬੱਬ ਬਣਿਆ ਜੀ। ਫੂਡ ਇੰਡਸਟਰੀ, ਫਿਰ ਵਿੱਚ ਯੋਗਾ ਜੀ, ਤੇ ਫਿਰ ਤੁਹਾਨੂੰ ਇਸ ਯੋਗਾ ਕਰ ਦਿੱਤਾ ਕਿ ਲਾਈਫ ਪਾਰਟਨਰ ਵੀ ਮਿਲ ਗਿਆ ਜੀ। ਯੋਗਾ ਨੇ ਯੋਗਾ, ਤਾਂ ਉਹ ਯੋਗਾ ਦਾ ਇਹ ਯੋਗ ਬਣਿਆ ਕਿ ਤੁਸੀਂ ਇਸ ਯੋਗ ਹੋ ਗਏ ਕਿ ਕੈਨੇਡਾ ਆ ਗਏ ਆਪਣੇ ਲਾਈਫ ਪਾਰਟਨਰ ਦੇ ਨਾਲ। ਇੱਥੇ ਸਿੱਧਾ ਡਾਇਰੈਕਟ ਇੱਥੇ ਆਏ ਸੀਗੇ ਤੁਸੀਂ ਜੀ ਸਿਟੀ ਦੇ ਵਿੱਚ, ਇਸੇ ਜਿੱਥੇ ਆਪਾਂ ਮੌਜੂਦ ਆ, ਕੈਲਗਰੀ ਦੇ ਵਿੱਚ ਆਏ ਸੀ, ਤੇ ਆਉਂਦਿਆਂ ਹੀ ਸਿੱਧਾ ਇਹੀ ਕੰਮ ਸ਼ੁਰੂ ਕੀਤਾ ਜਾਂ ਕਿਸੇ ਹੋਰ ਕੰਮ ਨੂੰ ਪਹਿਲਾਂ ਹੱਥ ਪਾਇਆ? ਨਹੀਂ ਤਾਂ ਮੋਸਟਲੀ ਹੁੰਦਾ ਆਪਾਂ ਦੇਖਦੇ ਵੀ ਜਿਹੜੇ ਬੰਦੇ ਕੈਨੇਡਾ ਆਉਂਦੇ ਆ ਜਾਂ ਅਮਰੀਕਾ ਜਾਂਦੇ ਆ, ਪਹਿਲਾਂ ਟਰੱਕ ਤੋਂ ਸ਼ੁਰੂ ਕਰਦੇ ਆ ਜਾਂ ਟੈਕਸੀ ਡਰਾਈਵ ਕਰਦੇ ਆ, ਬਟ ਤੁਹਾਡਾ ਏਮ ਕੀ ਸੀ ਤੇ ਕਿੱਥੋਂ ਸ਼ੁਰੂ ਕੀਤਾ? ਦੇਖੋ ਜੀ, ਇੱਕ ਗੱਲ ਤਾਂ ਮੈਂ ਪਹਿਲੇ ਦੇ ਆਪਣੇ ਐਕਸਪੀਰੀਅੰਸ ਤੋਂ ਜਾਣ ਗਿਆ ਸੀਗਾ, ਸਮਾਂ ਜੋ ਵੀ ਚੱਲਦਾ ਪਿਆ, ਚੰਗਾ ਮਾੜਾ ਜੋ ਵੀ ਹੈ, ਜੇ ਪਾੜ ਕੇ ਗਾਂਹ ਲੰਘਣਾ ਨਿਹੰਗ ਦੇ ਤੀਰ ਵਾਂਗੂ ਰਹਿਣਾ ਪੈਣਾ। ਠੀਕ ਹੈ ਜੀ। ਇਸ ਕਰਕੇ ਜਦੋਂ ਮੈਂ ਇੱਥੇ ਆਇਆ, ਮੈਨੂੰ ਆਪਣੇ ਆਉਂਦਿਆਂ ਨੂੰ ਯੋਗਾ ਕਰਕੇ ਮੈਨੂੰ ਜੌਬ ਮਿਲ ਗਈ ਸੀਗੀ, ਤੇ ਬੜੀ ਅੱਛੀ ਜੌਬ ਸੀਗੀ, ਯੋਗਾ ਪੜ੍ਹਾਉਂਦਾ ਵੀ ਸੀਗਾ, ਤੇ ਉਹਦੇ ਥਰੂ ਮੈਂ ਕਈ ਚੈਨਲਸ ਦੇ ਉੱਤੇ ਵੀ ਗਿਆ, ਕਲਾਸਿਸ ਕਰਾਈਆਂ। ਹੁਣ ਵੀ ਮੈਨੂੰ ਐਜ਼ ਏ ਮਾਸਟਰ ਯੋਗੀ ਕਈ ਜਗ੍ਹਾ 'ਤੇ ਮੈਨੂੰ ਸੱਦਦੇ ਆ, ਤੇ ਲੇਕਿਨ ਮੈਂ ਇਹ ਸਮਝਦਾ ਸੀਗਾ ਵੀ ਜਿਹੜਾ ਯੋਗਾ ਉਹਨੂੰ ਮੈਂ ਇੱਕ ਉਹਦੇ ਲੈਵਲ ਤੱਕ ਰੱਖਣਾ ਚਾਹੁੰਦਾ ਸੀ, ਜਿਹੜਾ ਮੇਰਾ ਇੱਕ ਪਰਸਨਲ ਐਜ਼ ਏ ਸਰਵਿਸ ਮੈਂ ਸਾਰਿਆਂ ਨਾਲ ਸ਼ੇਅਰ ਕਰ ਸਕਾਂ, ਔਰ ਆਪਣੀ ਕਿਰਤੀ ਜੀਵਨ ਵਾਸਤੇ ਵੀ ਮੈਂ ਆਪਣਾ ਇੱਕ ਵਿਵਸਾਏ ਸ਼ੁਰੂ ਕਰਨਾ ਚਾਹੁੰਦਾ ਸੀ। ਤੇ ਸ਼ੁਰੂਆਤ ਦੇ ਵਿੱਚ ਮੈਂ ਇੱਥੇ ਪਹਿਲੇ 2 ਸਾਲ 2.5 ਸਾਲ ਜਿੱਦਾਂ ਕਹਿ ਲਓ, ਜਦੋਂ ਕੈਨੇਡਾ ਆਇਆ, ਕਈ ਜਗ੍ਹਾਵਾਂ 'ਤੇ ਕੰਮ ਕੀਤਾ, ਕਈ ਤਰ੍ਹਾਂ ਦੇ ਖੱਟੇ ਮਿੱਠੇ ਐਕਸਪੀਰੀਅੰਸ ਮਿਲੇ, ਜਿਨ੍ਹਾਂ ਤੋਂ ਮਾੜੇ ਮਿਲੇ ਉਹਨਾਂ ਦਾ ਮੈਂ ਧੰਨਵਾਦ ਪਹਿਲਾਂ ਕਹਿਣਾ। ਤੇ ਹਾਂਜੀ, ਤੇ ਇਹੀ ਰਿਹਾ ਵੀ ਲਾਈਫ ਦੇ ਵਿੱਚ ਜਦੋਂ ਵੀ ਕਦੀ ਆਪ ਮਿਸਟੇਕ ਕੀਤੀ ਜਾਂ ਕਿਸੇ ਦੀ ਹੁੰਦੀ ਦੇਖੀ, ਉਹ ਰਿਪੀਟ ਨਹੀਂ ਹੋਣ ਦਿੱਤੀ। ਤੇ ਹੋਰ ਤਾਂ ਮੈਨੂੰ ਕੋਈ ਪਤਾ ਨਹੀਂ ਕਿਹੜੀ ਚੰਗੀ ਗੱਲ ਅਸੀਂ ਲੈ ਕੇ ਆਏ। ਕੋਸ਼ਿਸ਼ ਕਰੀਦੀ ਹੈ ਕਿ ਅਸੀਂ ਸਾਰਿਆਂ ਨੂੰ ਇਹਨਾਂ ਗੱਲਾਂ ਦੇ ਵਿੱਚੋਂ ਖੁਦ ਵੀ ਐਨਕਰੇਜ ਕਰੀਏ, ਕਿਉਂਕਿ ਕਿਸੇ ਵੀ ਜਦੋਂ ਆਪਾਂ ਇੱਕ ਗੱਲ ਦੀ ਵਿੱਚ ਖੁੱਭ ਜਾਂਦੇ ਹਾਂ ਤੇ ਮਿਹਨਤ ਕਰਦੇ ਹਾਂ, ਤੇ ਰੱਬ ਵੀ ਨਾਲ ਆ ਕੇ ਖੜਦਾ। ਹੁਣ ਕਿਸਮਤਾਂ, ਮੈਂ ਕਹਿੰਦਾ ਕਿਸਮਤ ਵੀ ਹੋਊਗੀ, ਸਹੀ ਹੋਊਗੀ, ਹੈ ਨਾ, ਮਿਹਨਤ ਵੀ, ਦੋਵੇਂ ਹੀ ਲੱਗੇ ਰਹੋ। ਜਦ ਦੋਵੇਂ ਦੇ ਕੋਲ ਤੁਹਾਡਾ ਹੈ ਤੇ ਲੱਗੇ ਰਹੋ, ਲਿਖੀਆਂ ਵੀ ਮਿਲਣਗੀਆਂ ਤੇ ਕੀਤੀਆਂ ਵੀ ਮਿਲਣਗੀਆਂ। ਜੀ, ਮੇਰਾ ਸਵਾਲ ਇਹ ਸੀ ਦੀਪਕ ਕਿ ਇੱਥੇ ਆ ਕੇ ਸ਼ੁਰੂਆਤ ਕਿੱਥੋਂ ਕੀਤੀ, ਕਿਹੜੇ ਸਟੈਪ ਤੋਂ ਸ਼ੁਰੂਆਤ ਕੀਤੀ? ਸਟੈਪ ਸਰ, ਜੇ ਤੁਸੀਂ ਸਟੈਪ ਦੀ ਗੱਲ ਕਰੋ ਤੇ ਪਹਿਲਾਂ ਤੁਹਾਨੂੰ ਦੱਸਿਆ, ਪਹਿਲਾਂ ਮੈਂ ਯੋਗਾ ਦੀ ਜੌਬ ਕੀਤੀ ਹੈ। ਉਸ ਤੋਂ ਬਾਅਦ ਇੱਥੇ ਇੱਕ ਰੈਸਟੋਰੈਂਟ ਸੀਗਾ, ਉਹਦੇ ਵਿੱਚ ਮੈਂ ਤੰਦੂਰ ਤੇ ਕੰਮ ਕਰਦਾ ਹੁੰਦਾ ਸੀ। ਅੱਛਾ। ਤੇ ਤੰਦੂਰ ਦੇ ਉੱਤੇ ਕੰਮ ਕਰਨਾ, ਤੇ ਆਉਂਦਿਆਂ ਨੂੰ ਵੀ ਇੱਥੇ ਡਿਫਰੈਂਸ ਬਹੁਤ ਸੀਗਾ। ਜਿਹੜਾ ਇੰਡੀਆ ਦੀ ਹੌਸਪਿਟੈਲਿਟੀ, ਇਹ ਮੈਂ ਸਾਰਿਆਂ ਨੂੰ ਦੱਸਣਾ ਚਾਹਾਂਗਾ ਇਸ ਗੱਲ ਦੇ ਵਿੱਚ, ਇੰਡੀਆ ਦੀ ਹੌਸਪਿਟੈਲਿਟੀ ਤੇ ਇੱਥੇ ਨਾਲੋਂ ਬਹੁਤ ਫਰਕ ਹੈ। ਇਹ ਗੱਲ ਵਾਕਈ ਜਿਹੜੀ ਤੁਹਾਨੂੰ ਸ਼ਾਇਦ ਹੀ ਕਿਸੇ ਇੰਟਰਵਿਊ 'ਚ ਸੁਣਨ ਨੂੰ ਮਿਲੇ, ਕਿ ਉੱਥੇ ਤਾਂ ਵੀ ਕੈਨ ਅਫੋਰਡ ਟੂ ਗਿਵ ਟ੍ਰੇਨਿੰਗ ਟੂ ਪੀਪਲ ਫॉर ਅ ਮੰਥ ਔਰ 2 ਮੰਥ, ਕੋਈ ਪਹਿਲਾਂ ਟ੍ਰੇਨਿੰਗਾਂ ਹੁੰਦੀਆਂ ਨੇ। ਇੱਥੇ ਜਿਹੜੇ ਲੈਵਲ ਤੋਂ ਇੱਕ ਰੈਸਟੋਰੈਂਟ ਹੁੰਦਾ ਹੈ ਜਾਂ ਕੋਈ ਵੀ ਐਂਟਰਪ੍ਰੈਨਿਓਰ ਆ, ਉਹਦੇ 'ਚ ਟ੍ਰੇਨਿੰਗ ਦੀ ਬੜੀ ਕਮੀ ਹੁੰਦੀ ਹੈ, ਕਿਉਂਕਿ ਪੈਂਦੀ ਸੱਟੇ ਜਿਹੜਾ ਤੁਹਾਡੇ ਕੋਲ ਕੰਮ ਕਰਨ ਆ ਰਿਹਾ, ਉਹਨੇ ਆਉਂਦਿਆਂ ਨੇ ਇੱਕੋ ਗੱਲ ਕਹਿਣੀ ਹੈ ਜੀ ਕਿ ਮੈਨੂੰ ਕਿੰਨੇ ਘੰਟੇ ਦੇ ਮਿਲਣੇ ਆ। ਹੁਣ ਜੇ ਤਾਂ ਦਿਮਾਗ ਹੀ ਘੰਟਿਆਂ 'ਚ ਫਸਿਆ, ਉਹਨੂੰ ਸਾਲਾਂ ਨਾਲ ਕੀ ਹੈ ਜੀ। ਹਾਂਜੀ, ਤੇ ਉਸ ਵੇਲੇ ਵੀ ਇੱਕ ਟਾਰਗੇਟ ਕੱਢ ਕੇ ਚੱਲੇ, ਤੇ ਯਾਨੀ ਕਿ ਉੱਥੇ ਤੰਦੂਰ 'ਤੇ ਵੀ ਤੁਹਾਨੂੰ ਦੱਸਿਆ ਜਦੋਂ ਜੌਬ ਕੀਤੀ ਹੈ, ਤੇ ਮੈਨੂੰ ਇਹ ਪਤਾ ਸੀਗਾ ਵੀ ਅਸੀਂ ਅੱਗੇ ਆਪਣਾ ਕੁਝ ਕਰਾਂਗੇ, ਲੇਕਿਨ ਉਹ ਵੀ ਤਜਰਬਾ ਬਹੁਤ ਜ਼ਰੂਰੀ ਸੀ। ਤੇ ਜਿਹੜਾ ਮੇਰਾ ਸੁਨੇਹਾ ਸਾਰਿਆਂ ਨੂੰ ਹੈ ਉਹ ਇਹ ਹੈ ਜੀ ਕਿ ਜਦੋਂ ਵੀ ਤੁਸੀਂ ਇਸ ਕੰਮ ਦੇ, ਫੂਡ ਦੀ ਗੱਲ ਕਰਦਾ ਪਿਆ ਵਾਂ, ਜਾਣਦੇ ਹੋ, ਇਹਦੇ ਉੱਤੇ ਆਪਣੀ ਇੱਕ ਸੈਲਫ ਸਟੱਡੀ ਜ਼ਰੂਰ ਕਰੋ। ਸਾਰੇ ਵਧੀਆ ਕੁੱਕ ਹੁੰਦੇ ਨੇ, ਬਸ਼ਰਤੇ ਸਾਨੂੰ ਜਾਣਨਾ ਪੈਣਾ ਇੱਥੇ ਕੀ ਚੱਲਦਾ ਪਿਆ ਜੀ। ਤਾਂ ਫਿਰ ਪਹਿਲਾਂ ਮੈਂ ਕਿਉਂਕਿ ਫੋਟੋਗ੍ਰਾਫ 'ਚ ਵੀ ਦੇਖਿਆ ਤੁਹਾਡੇ ਕੋਲ ਇੱਕ ਵੈਨ ਆ,
ਹਾਂਜੀ ਪੁਰਾਣੀ ਵੈਨ, ਤੇ ਉਹ ਤੰਦੂਰ ਤੋਂ ਫਿਰ ਵੈਨ ਤੱਕ ਦਾ ਸਫ਼ਰ ਕਿਵੇਂ ਤੈਅ ਕੀਤਾ? ਜੀ ਤੰਦੂਰ ਤੋਂ ਵੈਨ ਤੱਕ ਜਾਂਦਿਆਂ ਵਿੱਚ ਤੰਬੂ ਦਾ ਸਫ਼ਰ ਵੀ ਹੈ। ਤੇ ਤੰਬੂ ਤੇ ਤੰਦੂਰ, ਤੰਬੂ ਤੇ ਵੈਨ, ਤੰਬੂ ਤੇ ਵੈਨ। ਹਾਂਜੀ, ਉਹ ਇਦਾਂ ਹੋਇਆ ਜੀ ਕਿ ਜਿੱਦਾਂ ਮੇਰੀ ਵਾਈਫ ਆਰਟਿਸਟ ਹੈਗੀ ਆ, ਉਹ ਮੇਲਿਆਂ ਤੇ ਜਾਂਦੀ ਹੁੰਦੀ ਸੀਗੀ, ਆਪਣੇ ਆਰਟ ਦਾ ਸ਼ੋਅ ਸਾਰਾ ਉੱਥੇ ਹੁੰਦਾ ਸੀਗਾ, ਤੇ ਉਹਨਾਂ ਦਾ ਜਿਹੜਾ 10x10 ਦਾ ਟੈਂਟ ਹੁੰਦਾ ਸੀਗਾ, ਉਹਦੇ ਵਿੱਚ ਕੋਨੇ ਤੇ ਲਿਟਰਲੀ ਮਿਲਕ ਕ੍ਰੇਟ ਸਾਡੇ ਹੁੰਦੇ ਆ, ਮੇਰੇ ਹੁਣ ਵੀ ਆਫਿਸ 'ਚ ਇੱਥੇ ਪਿਆ ਹੋਣਾ, ਕਿਉਂਕਿ ਮੈਨੂੰ ਉੱਤੇ ਬਹਿ ਕੇ ਖਾਣ ਦਾ ਮਜ਼ਾ ਆਉਂਦਾ ਅੱਜ ਵੀ। ਉਹ 2x2 ਫੁੱਟ ਦਾ ਮੇਰਾ ਟੇਬਲ ਹੁੰਦਾ ਸੀ, ਉੱਥੋਂ ਮੈਂ ਚਾਹ ਵੇਚਦਾ ਹੁੰਦਾ ਸੀ। ਅੱਛਾ। ਔਰ ਉਹ ਮੇਰਾ ਕਾਰਨ ਇਹੀ ਸੀਗਾ ਕਿ ਮੈਂ ਜਾਣਨਾ ਚਾਹੁੰਦਾ ਸੀ ਕਿ ਇੱਥੇ ਦਾ ਲੋਕਲ ਪੈਲੇਟ ਕੀ ਹੈ, ਲੋਕ ਖਾਣੇ ਨੂੰ ਕੀ ਕਹਿੰਦੇ ਆ, ਲੋਕ ਕੀ ਨੇ। ਮੈਨੂੰ ਪਹਿਲਾਂ ਇਹਨਾਂ ਬਾਰੇ ਪਤਾ ਲੱਗੇ। ਮੈਂ ਪਹਿਲੇ ਦਿਨ ਵਰਦੀ ਪਾ ਕੇ ਬੜਕਾ ਮਾਰਾਂ, ਉਹ ਗੱਲ ਕੋਈ ਹੈ ਹੀ ਨਹੀਂ। ਠੀਕ ਹੈ ਜੀ, ਪਹਿਲਾਂ ਤੰਬੂ ਤੋਂ ਸ਼ੁਰੂ ਕਰੀਏ, ਛਾਉਣੀ ਬਾਅਦ 'ਚ ਪਾਵਾਂਗੇ, ਹੈ ਜੀ। ਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਜਦੋਂ ਚਾਹ ਦੇ ਕੰਮ ਨੂੰ ਇੰਨਾ ਹੁੰਗਾਰਾ ਮਿਲਿਆ ਯੋਗ ਦੇ ਨਾਲ, ਤੇ ਫਿਰ ਫੂਡ ਦਾ ਟਰੱਕ ਪਾਇਆ ਆਪਾਂ। ਤੇ ਫੂਡ ਦੇ ਟਰੱਕ ਦੇ ਨਾਲ ਹੀ ਅਸੀਂ ਜਿਹੜਾ ਫਾਰਮਰਸ ਮਾਰਕੀਟ 'ਚ ਇੱਕ ਸ਼ਾਪ ਪਾਈ। ਓਕੇ। ਹਾਂਜੀ, ਤੇ ਬਸ ਫਿਰ ਉਸ ਤੋਂ ਬਾਅਦ ਜਦੋਂ ਟਰੱਕ ਤੇ ਅਸੀਂ ਆ ਗਏ, ਉਹਦੇ ਨਾਲ ਸਾਡੀ ਫੋਲੋਇੰਗ ਕਾਫੀ ਵਧੀ। ਔਰ ਮੈਂ ਮੇਲੇ ਵੀ ਉਹੀ ਚੂਜ਼ ਕੀਤੇ ਜਿਹੜੇ ਗੋਰਿਆਂ ਦੇ ਸੀਗੇ, ਜਿਹੜੇ ਸ਼ਹਿਰ ਤੋਂ ਪਰੇ ਜਾ ਕੇ ਜਿੱਥੇ ਕੋਈ ਜਾਵੇ ਨਾ। ਇੱਕ ਤਰੀਕੇ ਦੇ ਨਾਲ ਅਸੀਂ ਆਪਣੇ ਇੱਕ ਹੋਂਦ ਦਾ ਪ੍ਰਚਾਰ ਵੀ ਕਰਦੇ ਹਾਂ ਇਸ ਦੇ ਵਿੱਚ, ਤੇ ਅਸੀਂ ਕੌਣ ਆ, ਸਾਡਾ ਖਾਣਾ ਬਾਣਾ ਕੀ ਹੈ, ਇਹ ਵੀ ਸਾਂਝਾ ਕਰੀਦਾ। ਤੇ ਉਸ ਤੋਂ ਬਾਅਦ ਫਿਰ ਫਾਰਮਰਸ ਮਾਰਕੀਟ ਦੇ ਵਿੱਚ ਵੀ ਜਿਹੜੀ ਮੈਂ ਸ਼ੁਰੂਆਤ ਕੀਤੀ, ਕ੍ਰਾਸ ਰੋਡ ਮਾਰਕੀਟ ਹੈਗੀ ਆ ਇੱਥੇ, ਉੱਥੇ ਵੀ ਇੱਕ ਛੋਟੀ ਦੁਕਾਨ ਸੀ ਜਿੱਥੋਂ ਪਹਿਲਾਂ ਸ਼ੁਰੂ ਕੀਤਾ। ਫਿਰ ਹੌਲੀ ਹੌਲੀ ਲੋਕਾਂ ਨੇ ਇੰਨਾ ਕੁ ਪਿਆਰ ਦਿੱਤਾ ਵੀ ਸਾਡੇ ਕੋਲੋਂ ਕਰੋਨਾ ਦੇ ਵੇਲੇ, ਜਿਸ ਵੇਲੇ ਤੁਸੀਂ ਇਹ ਦੇਖ ਲਓ ਵੀ ਲੋਕਾਂ ਦੇ ਬੂਹੇ ਬੰਦ ਹੋ ਗਏ, ਤੇ ਅਸੀਂ ਇਕੱਲਾ ਟੇਕ ਆਊਟ ਦਾ ਉੱਥੋਂ ਸ਼ੁਰੂ ਕਰਦੇ। ਸਾਡਾ ਕੰਮ ਇੰਨਾ ਸੀਗਾ ਵੀ ਸਾਡੇ ਕੋਲੋਂ ਉਹ ਨਹੀਂ ਸੀ ਪੂਰਾ ਹੁੰਦਾ, ਉਹਦੇ ਚੱਕਰ 'ਚ ਸਾਨੂੰ ਵੱਡੀ ਕਿਚਨ ਲੈਣੀ ਪਈ। ਓਕੇ। ਤੇ ਫਿਰ ਜਦੋਂ ਵੱਡੀ ਕਿਚਨ ਲਿੱਤੀ, ਤੇ ਸਾਡੇ ਕੋਲੋਂ ਆਹ ਸੈਂਟਰ ਸਟਰੀਟ ਦੇ ਉੱਤੇ ਅਸੀਂ ਜਿੱਥੇ ਆਪਾਂ ਹੁਣ ਬੈਠੇ ਹਾਂ, ਇੱਥੇ ਅਸੀਂ 1500 ਸਕੁਆਇਰ ਫੁੱਟ ਦੀ ਜਗ੍ਹਾ ਲਿੱਤੀ, ਤੇ ਇਹ ਜਿੰਨੀ ਜਗ੍ਹਾ ਸਾਰੀ ਫੂਡ ਨੂੰ ਬੇਸਡ ਹੀ ਅਸੀਂ ਡਿਜ਼ਾਈਨ ਕੀਤੀ, ਤਾਂ ਕਿ ਮੇਨ ਅਸੀਂ ਇੱਥੋਂ ਦੀ ਆਪਣੀ ਬਾਕੀ ਲੋਕੇਸ਼ਨਸ ਤੱਕ ਖਾਣਾ ਲੈ ਕੇ ਜਾਈਏ। ਓਕੇ ਓਕੇ। ਤੇ ਹੁਣ ਇਸੇ ਲੋਕੇਸ਼ਨ ਤੋਂ ਜਿਹੜੀ ਆ ਪਹਿਲੀ ਵਾਲੀ ਲੋਕੇਸ਼ਨ ਤੇ ਇਸ ਲੋਕੇਸ਼ਨ ਦਾ ਖਾਣਾ, ਔਰ ਜਿੱਥੇ ਆਪਾਂ ਪਹਿਲਾਂ ਗਏ ਸੀਗੇ ਫਾਰਮਰਸ ਮਾਰਕੀਟ 'ਚ, ਇੱਥੋਂ ਜਾਂਦਾ ਤਾਂ ਕਿ ਕੁਆਲਿਟੀ ਇੱਕੋ ਰਵੇ। ਤੇ ਬਾਕੀ ਤੁਸੀਂ ਦੇਖ ਹੀ ਲਿਆ, ਸ਼ੈਫ ਜੇਸਨ ਤੇ ਐਲੈਕਸ ਹੈਗੇ ਆ ਸਾਡੇ, ਦੋਵੇਂ ਜਰਨੈਲ। 7 ਸਾਲ ਹੋ ਗਏ ਉਹਨਾਂ ਨੂੰ ਸਾਡੇ ਨਾਲ ਕੰਮ ਕਰਦੇ। ਜਦੋਂ ਆਏ ਸੀ ਉਹਨਾਂ ਨੂੰ ਚਾਹ ਦਾ ਕੱਪ ਨਹੀਂ ਸੀ ਆਉਂਦਾ ਬਣਾਉਣਾ, ਹੁਣ ਡਾਈਨਿੰਗ ਦਾ ਸਾਰਾ ਕੰਮ ਉਹ ਸਾਂਭਦੇ ਆ ਜੀ। ਮੋਸਟਲੀ ਕੀ ਹੁੰਦਾ ਕਿ ਜਿਹੜੇ ਲੋਕ ਅਬਰੋਡ ਜਾਂਦੇ ਨੇ ਨਾ, ਮੁਲਕਾਂ ਜਾਂਦੇ ਨੇ, ਜਿਹੜੇ ਕੰਮ ਨੂੰ ਇੱਕ ਵਾਰੀ ਸ਼ੁਰੂ ਕਰ ਲੈਂਦੇ, ਫਿਰ ਉਹਦੇ ਜਿਵੇਂ ਟਰੱਕ ਚਲਾਉਣ ਲੱਗ ਪਏ ਤਾਂ ਜ਼ਿੰਦਗੀ ਟਰੱਕ ਹੀ ਚਲਾਈ ਜਾਣਾ। ਅਗਲੀ ਜਨਰੇਸ਼ਨ ਵੀ ਟਰੱਕ ਤੇ ਹੀ ਚੜ੍ਹ ਜਾਂਦੀ ਹੈ ਜੀ। ਤੇ ਜਿਹੜੇ ਬਿਜ਼ਨਸ 'ਚ ਜਾਂਦੇ ਨੇ, ਉਹ ਬਿਜ਼ਨਸ ਨੂੰ ਜਿਹੜਾ ਨੇ ਸ਼ੁਰੂ ਕਰ ਲਿਆ ਉਸੇ ਨੂੰ ਕਰਦੇ ਨੇ। ਤੁਸੀਂ ਬੜਾ ਜ਼ਿਗਜ਼ੈਗ ਵੇ ਨਾਲ ਇੱਥੋਂ ਤੱਕ ਆਏ ਹੋ। ਇੱਕ ਨਹੀਂ ਤੇ ਬੰਦਾ ਕਹਿੰਦਾ ਵੀ ਚਲੋ ਮੇਲਿਆਂ ਤੇ ਗਏ, ਚਾਹ ਦਾ ਕੰਮ ਚੱਲ ਪਿਆ, ਮੇਲਿਆਂ ਤੇ ਇਕੱਲੀ ਚਾਹ ਹੀ ਵੇਚੀ ਜਾਂਦੇ, ਉੱਥੋਂ ਤੱਕ ਹੀ ਬੰਦਾ ਮਹਿਦੂਦ ਰਹਿ ਜਾਂਦਾ ਜੀ। ਪਰ ਉਹ ਐਡਾ ਵੱਡਾ ਸਟੈਪ ਪੱਟਣਾ, ਫਿਰ ਸਟੈਪ ਤੋਂ ਅਗਲਾ ਸਟੈਪ ਪੱਟਣਾ, ਇਹ ਜਰਨੀ ਕਿਸ ਤਰ੍ਹਾਂ ਦੀ ਰਹੀ? ਯਾਨੀ ਉਹ ਮੈਂ ਚਾਹੁੰਦਾ ਵੀ ਉਹ ਜਿਹੜੇ ਮੁੰਡੇ ਨੌਜਵਾਨ ਹੁਣ ਆਪਣੇ ਦੇਖ ਰਹੇ ਹੋਣਗੇ, ਜਿਹੜੇ ਹੁਣ ਸਟੱਡੀ ਬੇਸ 'ਤੇ ਆਏ ਨੇ, ਜਿਨ੍ਹਾਂ ਨੇ ਆਪਣਾ ਕਰੀਅਰ ਚੂਜ਼ ਕਰਨਾ ਜਾਂ ਕਰੀਅਰ ਬਣਾਉਣਾ ਇਹਨਾਂ ਮੁਲਕਾਂ ਦੇ ਵਿੱਚ, ਉਹ ਇੱਥੋਂ ਤੱਕ ਪਹੁੰਚਣ ਲਈ ਉਹ ਕਿਹੜੇ ਪੜਾਅ ਨੇ ਜਿਨ੍ਹਾਂ ਨੂੰ ਪਾਰ ਕਰਨਾ ਪੈਂਦਾ? ਦੇਖੋ ਜੀ, ਉਹਨਾਂ ਮੁੰਡਿਆਂ ਨੂੰ, ਬਾਕੀ ਦਿਆਂ ਨੂੰ ਮੈਂ ਇੱਕ ਹੀ ਗੱਲ ਆਖਾਂਗਾ ਕਿ ਜਿਹੜੀ ਰੁਕਾਵਟ ਹੈ ਨਾ ਜੀ, ਉਹ ਅਸੀਂ ਆਪ ਹੀ ਹਾਂ, ਗਾਂਹ ਕੁਛ ਨਹੀਂ ਹੈਗਾ। ਇੱਥੇ ਹੀ ਰੁਕਾਵਟ ਹੈ, ਇਸ ਤੋਂ ਗਾਂਹ ਕਦੀ ਕੋਈ ਰੁਕਾਵਟ ਨਾ ਤਾਂ ਆਈ ਹੈ ਤੇ ਨਾ ਤਾਂ ਕਦੀ ਆਉਣਾ। ਬਸ਼ਰਤੇ ਜਦੋਂ ਅਸੀਂ ਇਹਦੇ ਨਾਲ ਡੀਲ ਕਰਦੇ ਪਏ ਆਪਣੇ ਦਿਮਾਗ ਦੇ ਨਾਲ, ਤੇ ਸਾਡੇ ਕੋਲ ਜਿਹੜਾ ਇਹ ਹੈਗਾ ਕਿ ਸਾਨੂੰ ਅਵੇਅਰ ਵੀ ਹੋਣਾ ਚਾਹੀਦਾ ਹੈ ਕਿ ਇੱਕ ਵਰਲਡ ਦੀ ਰਿਐਲਿਟੀ ਵੀ ਹੈ। ਜਿੱਦਾਂ ਅਸੀਂ ਸਕੂਲ ਜਾਂਦੇ ਹਾਂ, ਅਸੀਂ ਆਪਣੇ ਆਪ ਨੂੰ ਐਜੂਕੇਟ ਕਰਦੇ ਹਾਂ, ਇੱਦਾਂ ਹੀ ਜਦੋਂ ਅਸੀਂ ਫੀਲਡ ਦੇ ਵਿੱਚ ਆਉਂਦੇ ਹਾਂ, ਸਾਨੂੰ ਫੀਲਡ ਦੇ ਬਾਰੇ ਵੀ ਜਾਣਨਾ ਜ਼ਰੂਰੀ ਹੈ ਜੀ। ਜ਼ਰੂਰ, ਮੈਂ ਇੱਦਾਂ ਦੇ ਵੀ ਇੱਥੇ ਢਾਬੇ ਪਾਉਣ ਵਾਲੇ ਮੇਰੇ ਵੀਰ ਦੇਖੇ ਆ, ਜਿਹੜੇ ਸ਼ਾਮ ਨੂੰ ਕਿਸੇ ਨਾਲ 2 ਪੈਗ ਲਾਉਂਦੇ ਹੋਣੇ ਤੇ ਨਾਲ ਦੇ ਨੇ ਮੋਢਾ ਮਾਰਤਾ, ਯਾਰ ਤੂੰ ਤਾਂ ਮੀਟ ਦੇ ਵੱਟ ਕੱਢ ਤੇ ਤੇਰਾ ਢਾਬਾ ਹੋਣਾ ਚਾਹੀਦਾ। ਤੇ ਸੋ ਗੱਲ ਇਹ ਹੈ ਕਿ ਇਕੱਲੇ ਛੋਲੇ ਬਣਾਇਆ ਤੇ ਨਹੀਂ ਕੰਮ ਤੁਰਨਾ, ਇਹਦੇ ਪਿੱਛੇ ਦੀ ਇੱਕ ਵਿਦਿਆ ਔਰ ਉਹ ਕੀਤਿਆਂ ਬਣਨੀ ਹੈ। ਤੇ ਸੁਪਨਾ ਲਾਓ ਜੀ। ਮੈਂ ਤਾਂ ਜਿੱਦਾਂ ਸਰ ਨੇ ਹੁਣੇ ਕਿਹਾ, ਜ਼ਿਗਜ਼ੈਗ ਕਰਦੇ ਆਏ ਹੋ। ਜਿਹੜੇ ਮੇਰੇ ਟਾਰਗੇਟ ਆ, ਇਹ ਤਾਂ ਸਮਾਂ ਆਏ ਤੇ ਦੱਸੇਗਾ। ਢਾਬਾ ਵੀ ਇਹ ਹੁਣ ਤੁਸੀਂ ਦੇਖ ਰਹੇ ਹੋ, ਇਸ ਤੋਂ ਗਾਂਹ ਵੀ ਜਿਹੜੇ ਹੋਰ ਅਸੀਂ ਸਿਰਜੀ ਹੋਈਆਂ ਚੀਜ਼ਾਂ ਜਿਹੜੀ ਮਸਤਿਸ਼ਕ 'ਚ ਹੈਗੀਆਂ ਨੇ, ਇਹ ਤੁਹਾਨੂੰ ਦੇਖਣ ਨੂੰ ਜ਼ਰੂਰ ਮਿਲਣਗੀਆਂ। ਲੇਕਿਨ ਸੁਨੇਹਾ ਹੀ ਰਹੂਗਾ, ਤੁਸੀਂ ਆਪਣੀ ਮਿਹਨਤ ਨੂੰ ਜ਼ੋਰ ਵੀ ਮਾਰੋ ਤੇ ਦਿਮਾਗ ਵੀ। ਉਹ ਜਿਹੜਾ ਕਹਿੰਦੇ ਸੀ ਨਾ ਕਿ ਹੁਣ ਹਾਰਡ ਵਰਕ ਨਹੀਂ ਜੀ, ਸਮਾਰਟ ਵਰਕ ਆ ਗਿਆ, ਮੈਂ ਉਹਦੇ ਕੋਈ ਸਹਿਮਤ ਨਹੀਂ ਆ। ਸਮਾਰਟ ਹੈਗਾ ਠੀਕ ਹੈ ਜੀ, ਹਾਰਡ ਵੀ ਨਾਲ ਚੱਲਦਾ ਜੀ। ਪਤਾ ਲੱਗਦਾ ਜਦੋਂ ਖੜਨਾ ਪੈਂਦਾ 14-15 ਘੰਟੇ। ਹਾਂਜੀ। ਸੋ ਦੀਪਕ ਨੇ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਇੱਕ ਛੋਟੀ ਜੀ ਚਾਹ ਤੋਂ ਸ਼ੁਰੂ ਕਰਕੇ, ਪਹਿਲਾਂ ਇੱਕ ਵੈਨ, ਫਿਰ 2 ਵੈਨ, ਤੇ ਫਿਰ ਵੈਨ ਤੋਂ ਬਾਅਦ ਰੈਸਟੋਰੈਂਟ ਹੁਣ ਇਹਨਾਂ ਨੇ ਖੋਲ੍ਹਣੇ ਸ਼ੁਰੂ ਕੀਤੇ। ਤੇ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਜਦੋਂ ਆਪਾਂ ਕੈਨੇਡਾ ਦੇ ਵਿੱਚ ਵੇਖਾਂਗੇ ਤੇ ਇਹ ਜਿਹੜੀ ਚੇਨ ਹੈ ਦੀਪਕਸ ਢਾਬਾ ਸਾਨੂੰ ਜਗ੍ਹਾ ਵੇਖਣ ਨੂੰ ਮਿਲੇਗੀ। ਸਾਡੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ। ਕੋਈ ਹੋਰ ਜਾਂਦੇ ਕੋਈ ਇਸ ਤਰ੍ਹਾਂ ਦੀ ਕੋਈ ਹੋਰ ਗੱਲ ਸ਼ੇਅਰ ਕਰਨਾ ਚਾਹੁੰਦੇ ਤਾਂ ਜ਼ਰੂਰ ਮੋਸਟ ਵੈਲਕਮ। ਨਹੀਂ ਜੀ, ਦੇਖੋ ਸ਼ੇਅਰ ਮੈਂ ਕੀ ਕਰਨੀ ਹੈ ਜੀ, ਤੁਸੀਂ ਅੱਜ ਸਾਨੂੰ ਮਿਲਣ ਆ ਗਏ ਹੋ,
ਇਹ ਸਾਡੇ ਵਾਸਤੇ ਬਹੁਤ ਹੀ ਵੱਡੀ ਗੱਲ ਹੈ। ਇਹ ਇਸ ਤੋਂ ਉੱਤੇ ਕੋਈ ਗੱਲ ਹੈ ਹੀ ਨਹੀਂ ਰਹਿੰਦੀ। ਇੱਥੇ ਮੇਰਾ ਪੀਰੀਅਡ ਹੈ ਜੀ। ਚਲੋ ਜੀ, ਬਹੁਤ ਬਹੁਤ ਸ਼ੁਕਰੀਆ ਦੀਪਕ ਹੋਰਾਂ ਦਾ, ਐਂਡ ਉਹ ਸਾਰੇ ਦਰਸ਼ਕਾਂ ਦਾ ਵੀ ਜਿਹੜੇ ਇਸ ਇੰਸਪੀਰੇਸ਼ਨਲ ਸਟੋਰੀ ਨੂੰ ਦੇਖ ਰਹੇ ਨੇ। ਕਿਵੇਂ ਦੀ ਲੱਗੀ ਇਹ ਗੱਲਬਾਤ ਕਮੈਂਟ ਕਰਕੇ ਜ਼ਰੂਰ ਦੱਸਿਓ। ਕਿਵੇਂ ਦੀ ਲੱਗੀ ਜਰਨੀ ਦੀਪਕ ਹੋਰਾਂ ਦੀ, ਇਹ ਵੀ ਜ਼ਰੂਰ ਦੱਸਿਓ। ਦੀਪਕ ਦੇ ਯਾਰ ਮਿੱਤਰ ਦੋਸਤ ਜਿਹੜੇ ਕਿਸੇ ਕੰਟੈਕਟ ਤੋਂ ਵਾਂਝੇ ਰਹਿ ਗਏ ਹੁਣ, ਉਹ ਕਮੈਂਟ ਕਰਕੇ ਉਹ ਵੀ ਦੱਸ ਦੇਣ। ਉਹਨਾਂ ਨੂੰ ਦੀਪਕ ਦਾ ਨੰਬਰ ਵੀ ਜ਼ਰੂਰ ਭੇਜ ਦਾਂਗੇ ਤਾਂ ਕਿ ਪੁਰਾਣੇ ਸਕੂਲ ਦੇ ਮਿੱਤਰ ਜਾਂ ਇਹਨਾਂ ਦੇ ਨਾਲ ਜਿਹੜੇ ਖੇਡ ਕੇ ਜਵਾਨ ਹੋਏ, ਕਈ ਵਾਰੀ ਕੰਟੈਕਟ ਤੋਂ ਬਾਹਰ ਹੋ ਜਾਂਦੇ ਆ, ਸੋ ਇੰਟਰਵਿਊ ਇੱਕ ਕੰਟੈਕਟ ਦਾ ਸਾਧਨ ਬਣੇਗੀ। ਤੁਹਾਡੀਆਂ ਸ਼ੁਭਕਾਮਨਾਵਾਂ ਇਸੇ ਤਰ੍ਹਾਂ ਇਸ ਨੌਜਵਾਨ ਦੇ ਨਾਲ ਬਣੀਆਂ ਰਹਿਣ। ਆਉਣ ਵਾਲੇ ਸਮੇਂ 'ਚ ਫਿਰ ਕਿਸੇ ਇਸ ਤਰ੍ਹਾਂ ਦੀ ਸ਼ਖਸੀਅਤ ਦੇ ਨਾਲ ਗੱਲਬਾਤ ਕਰਾਵਾਂਗੇ। ਤਦ ਤੱਕ ਲਈ ਸਾਨੂੰ ਦਿਓ ਜੀ ਇਜਾਜ਼ਤ। ਚੰਗਾ ਜੀ, ਅਸੀਂ ਦੀਪਕ ਢਾਬੇ 'ਤੇ ਪੀਂਦੇ ਹਾਂ ਚਾਹ, ਅਤੇ ਜੇ ਤੁਹਾਨੂੰ ਹੈ ਚਾਹ ਇਸ ਗੱਲ ਦੀ ਕਿ ਇਸ ਤਰ੍ਹਾਂ ਦੇ ਵਲੌਗ ਵੇਖਣ ਨੂੰ ਮਿਲਦੇ ਰਹਿਣ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਬੈਲ ਆਈਕਨ ਦਬਾ ਦਿਓ, ਅਤੇ ਮਿਲਦੇ ਹਾਂ ਜੀ ਨਵੇਂ ਵਲੌਗ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਥੈਂਕ ਯੂ ਸਰ ਜੀ।